सतनाम श्री वाहिगुरु साहिब जीओ। राग सोरठ बाणी भगत रविदास जी की। इक ओंकार सतगुर प्रसाद। जब हम होते तब तू नाही, अब तू ही मैं नाही। अनल आगम जैसे लहर में उदध, जल केवल जल माही। जब हम होते तब तू नहीं, अब तू ही मैं नहीं। अनल आगम जैसे लहर में उदध, जल केवल जल माही। माधवी क्या कहिए भ्रम ऐसा, जैसा मानिया होए न तैसा। रहाउ नरपत एक सिंहासन सोया, सुपने भया भिखारी। अछुत राज बिछुरत दुख पाया, सो गात भई हमारी। राज भयंग प्रसंग जैसे है, अब कछ मर्म जनाया। अनक कटक जैसे फूल परे, अब कहते कहन न आया। सर्बे एक अनेक स्वामी, सब घट भोगव सोई। कह रविदास हाथ पैर नीरा, सहजे होए सो होई। सर्वे एक अनेक स्वामी, सब घट भोगव सोई। कह रविदास हाथ पैर नीरा, सहजे होए सो होई। वाहेगुरु जी का खालसा, वाहेगुरु जी की फतेह। चवर छतर तखत दे मालक, वालिए कुल आलम, सरवरे कायनात, दसा पातशाहियों के आत्मक स्वरूप, हाजरा हजूर जहरा जहूर, सर्ब कला भरपूर। धन धन श्री गुरु ग्रंथ साहिब पातशाह जी। सतगुरां जी दे पावन पवित्र हजूरी अंदर अमृत वेले तो सजे हुए सुंदर सचखंड दीवाना दे विच
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਿਗੁਰਾਂ ਦੇ ਪਰਮ ਪਿਆਰ ਵਿੱਚ ਪਰੋਤੀ ਹੋਈ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਧੰਤਾ ਦੇ ਯੋਗ ਹੋ ਜੋ ਆਪ ਜੀ ਨੇਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਧੁਰ ਕੇ ਬਾਣੀ ਆਈ ਤਿਨ ਸਗਲੇ ਚੰਤ ਮਿਟਾਈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਈ ਜੀਓ। ਗੁਰਚਰਨਾਂ ਦੇ ਵਿੱਚ ਜੁੜ ਕਰਕੇ ਆਪ ਜੀਆਂ ਨੇ ਰਾਗੀ ਸਿੰਘਾਂ ਦੇ ਪਾਸੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲੇ ਪਾਵਨ ਤਖਤਾਂ ਤੇ ਸੁਭਾਏ ਮਨ ਹੋ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਨੇ ਸਾਡੇ ਜੀਵਾਂ ਦੇ ਭਲੇ ਲਈ ਪਾਵਨ ਮੁਖ ਵਾਕ ਦੀ ਦਾਤ ਬਖਸ਼ਿਸ਼ ਕੀਤੀ, ਜੋ ਹੁਣੇ ਆਪ ਜੀ ਨੇ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਅੱਜ ਦਾ ਇਹ ਪਾਵਨ ਸ਼ਬਦ ਜੋ ਮੁਖ ਵਾਕ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ, ਇਹ ਸੋਰਠ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ, ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 657 ਅੰਗ ਤੋਂ ਲੈ ਕੇ 658 ਅੰਗ ਤੇ ਇਹ ਪਾਵਨ ਸ਼ਬਦ ਸੁਭਾਏ ਮਨ ਹੈ। ਭਗਤ ਰਵਿਦਾਸ ਜੀ ਜਿਨ੍ਹਾਂ ਦਾ ਜਨਮ ਬਨਾਰਸ ਦੇ ਵਿੱਚ ਹੋਇਆ, ਬਨਾਰਸ ਦੇ ਵਿੱਚੋਂ 2 ਵਾਰੀ ਆਵਾਜ਼ ਬੁਲੰਦ ਹੋਈ, 2 ਵਾਰੀ ਆਵਾਜ਼ ਗੂੰਜੀ ਹੈ ਬ੍ਰਾਹਮਣ ਦੇ ਪਖੰਡ ਦੇ ਖਿਲਾਫ। ਪਹਿਲਾਂ 2 ਭਗਤ ਹੋਏ ਨੇ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ। ਭਗਤ ਕਬੀਰ ਜੀ ਨੇ ਵੀ ਬ੍ਰਾਹਮਣ ਨੂੰ ਭੰਡਿਆ, ਉਹਦਾ ਜਿਹੜਾ ਕਰਮ ਕਾਂਡ ਸੀ ਉਹ ਨੰਗਾ ਕੀਤਾ, ਸਾਰਿਆਂ ਸਾਹਮਣੇ ਲਿਆਂਦਾ, ਆਵਾਜ਼ ਬੁਲੰਦ ਕੀਤੀ। ਭਗਤ ਰਵਿਦਾਸ ਜੀ ਨੇ ਵੀ ਬ੍ਰਾਹਮਣ ਵੱਲੋਂ ਜਿਹੜੇ ਕਰਮ ਕਾਂਡ ਦੇ ਵਿੱਚ ਲੋਕਾਂ ਨੂੰ ਪਾਇਆ ਜਾ ਰਿਹਾ ਸੀ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਗੁਰਬਾਣੀ ਜਿਨ੍ਹਾਂ ਭਗਤ ਸਹਿਬਾਨ ਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਉਹ ਸਾਰੇ ਭਗਤ ਕਿਰਤੀ ਹੋਏ ਨੇ। ਹੁਣ ਬਨਾਰਸ ਦੇ ਵਿੱਚ 2 ਤਰ੍ਹਾਂ ਦੇ ਲੋਕ ਵਸਦੇ ਸਨ, ਇੱਕ ਸ਼ਰਮਿਕ ਤੇ ਇੱਕ ਅਸ਼ਰਮਿਕ। ਸ਼ਰਮਿਕ ਕਹਿੰਦੇ ਨੇ ਕਿਰਤ ਕਰਨ ਵਾਲੇ ਨੂੰ, ਮਿਹਨਤ ਕਰਨ ਵਾਲੇ ਨੂੰ। ਅਸ਼ਰਮਿਕ ਕਹਿੰਦੇ ਨੇ ਜਿਹੜੇ ਆਸ਼ਰਮ ਦੇ ਵਿੱਚ ਰਹਿੰਦੇ ਨੇ, ਕਿਰਤ ਨਹੀਂ ਕਰਦੇ, ਮਿਹਨਤ ਨਹੀਂ ਕਰਦੇ, ਉਹਨਾਂ ਨੂੰ ਅਸ਼ਰਮਿਕ ਕਹਿੰਦੇ ਨੇ।
ਭਗਤ ਰਵਿਦਾਸ ਜੀ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟੰਗ ਕਟਕ ਜਲ ਰੰਗ ਜੈਸਾ। ਪਰਮਾਤਮਾ ਤੇਰੇ ਤੇ ਮੇਰੇ ਵਿੱਚ ਕੀ ਅੰਤਰ ਹੈ? ਕੋਈ ਅੰਤਰ ਨਹੀਂ। ਕਣਕ ਕਹਿੰਦੇ ਨੇ ਸੋਨੇ ਨੂੰ, ਕਟਕ ਕਹਿੰਦੇ ਨੇ ਉਹ ਤੋਂ ਬਣੇ ਹੋਏ ਗਹਿਣੇ। ਕਹਿੰਦੇ ਜਿਵੇਂ ਸੋਨਾ ਤੇ ਸੋਨੇ ਤੋਂ ਬਣੇ ਹੋਏ ਗਹਿਣਿਆਂ ਦੇ ਵਿੱਚ ਕੋਈ ਫਰਕ ਨਹੀਂ। ਹੁਣ ਜਦੋਂ ਜੇਕਰ ਅਸੀਂ ਫਰਕ ਮੰਨ ਲਈਏ ਤਾਂ ਸਾਡੀ ਬੇਸਮਝੀ ਹੋਵੇਗੀ। ਜੇ ਅਸੀਂ ਕਹੀਏ ਕਿ ਸੋਨੇ ਦੇ ਜਿਹੜੇ ਗਹਿਣੇ ਨੇ ਇਹ ਵੱਖਰੇ ਨੇ, ਸੋਨਾ ਵੱਖਰਾ, ਇਹ ਤਾਂ ਨਹੀਂ ਨਾ ਹੋ ਸਕਦਾ। ਸੁਨਿਆਰਾ ਕੁਠਾਲੀ ਵਿੱਚ ਸੋਨੇ ਨੂੰ ਪਾਉਂਦਾ ਹੈ, ਅੱਗ ਦਾ ਸੇਕ ਦਿੰਦਾ ਤੇ ਸੋਨੇ ਦੇ ਬਣੇ ਹੋਏ ਗਹਿਣੇ ਢਾਲ ਕੇ ਇੱਕ ਸੋਨੇ ਦੀ ਡਲੀ ਬਣਾ ਦਿੰਦਾ, ਉਹ ਫਿਰ ਆਪਣੇ ਰੂਪ ਵਿੱਚ ਆ ਜਾਂਦਾ ਹੈ। ਕਹਿੰਦੇ ਜਲ ਦੇ ਵਿੱਚ ਤਰੰਗਾਂ ਉੱਠਦੀਆਂ ਨੇ, ਹੈ ਤਾਂ ਪਾਣੀ ਦਾ ਹੀ ਰੂਪ ਨੇ, ਪਾਣੀ ਵਿੱਚ ਸਮਾ ਜਾਂਦੀਆਂ ਨੇ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਤੇਰਾ ਤੇ ਮੇਰਾ ਸੰਬੰਧ ਹੈ। ਹੁਣ ਸੋਨਾ ਜੇ ਕਿਸੇ ਕੋਲ ਹੋਵੇ ਤੇ ਉਹਨੂੰ ਸੋਨੇ ਦਾ ਬੜਾ ਮਾਣ ਹੁੰਦਾ, ਬੜਾ ਨਸ਼ਾ ਹੁੰਦਾ। ਇੱਕ ਦੁਨੀਆ ਦੇ ਵਿੱਚ ਨਸ਼ਾ ਹੈ ਜਿਹੜਾ ਲੋਕ ਨਸ਼ਾ ਕਰਦੇ ਨੇ, ਕਈ ਪ੍ਰਕਾਰ ਦਾ ਨਸ਼ਾ ਲੋਕ ਲੈਂਦੇ ਨੇ। ਉਹ ਨਸ਼ੇ ਦਾ ਅਸਰ ਕੁਝ ਸਮੇਂ ਲਈ ਹੁੰਦਾ ਹੈ ਤੇ ਕੁਝ ਸਮੇਂ ਬਾਅਦ ਉਹ ਨਸ਼ਾ ਉਤਰ ਜਾਂਦਾ ਹੈ, ਉਹਦਾ ਅਸਰ ਖਤਮ ਹੋ ਜਾਂਦਾ ਹੈ। ਤੇ ਕਹਿੰਦੇ ਸੋਨੇ ਦਾ ਧਨ ਦਾ ਨਸ਼ਾ ਮਨੁੱਖ ਦਾ ਕਦੀ ਖਤਮ ਨਹੀਂ ਹੁੰਦਾ। ਐਸਾ ਨਸ਼ਾ ਹੈ, ਮਨੁੱਖ ਦਿਨੇ ਰਾਤ ਦੇ ਨਸ਼ੇ ਵਿੱਚ ਰਹਿੰਦਾ ਹੈ। ਸੋ ਕਹਿਣ ਲੱਗੇ ਜਿਵੇਂ ਸੋਨਾ ਤੇ ਸੋਨੇ ਦੇ ਗਹਿਣੇ, ਉਹਨਾਂ ਵਿੱਚ ਕੋਈ ਫਰਕ ਨਹੀਂ। ਜਲ ਜਲ ਦੀਆਂ ਤਰੰਗਾਂ ਵਿੱਚ ਕੋਈ ਫਰਕ ਨਹੀਂ ਹੈ। ਵਾਹਿਗੁਰੂ ਪਰਮੇਸ਼ਰ ਤੇਰੇ ਤੇ ਮੇਰੇ ਵਿੱਚ ਵੀ ਕੋਈ ਫਰਕ ਨਹੀਂ, ਕੋਈ ਭੇਦ ਨਹੀਂ। ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਅੰਦਰ ਸਾਨੂੰ ਸਮਝਾ ਰਹੇ ਨੇ ਕਿ ਜਿਤਨੀ ਦੇਰ ਤੱਕ ਜੀਵ ਦੇ ਮਨ ਅੰਦਰ ਹਉਮੈ ਹੈ, ਉਤਨੀ ਦੇਰ ਤੱਕ ਜੀਵ ਦਾ ਹਿਰਦਾ ਸ਼ੁੱਧ ਨਹੀਂ ਹੋ ਸਕਦਾ। ਉਤਨੀ ਦੇਰ ਤੱਕ ਜੀਵ ਦੇ ਮਨੁੱਖ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਸ ਸਕਦਾ, ਨਹੀਂ ਟਿਕ ਸਕਦਾ। ਕਿਉਂਕਿ ਗੁਰਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ। ਕਹਿੰਦੇ ਦੋਵੇਂ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੋਵੇਗਾ ਉੱਥੇ ਹਉਮੈ ਨਹੀਂ ਆ ਸਕਦੀ, ਤੇ ਜਿੱਥੇ ਹਉਮੈ ਹੈ ਉੱਥੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਸ ਸਕਦਾ। ਹਉਮੈ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਹਉ ਪਲੱਸ ਮੈਂ। ਮਨੁੱਖ ਕਹਿੰਦਾ ਸੰਸਾਰ ਵਿੱਚ ਹਾਂ ਜਾਂ ਭਾਵ ਜੋ ਕੁਝ ਕਰ ਰਿਹਾ ਮੈਂ ਹੀ ਕਰ ਰਿਹਾ, ਮੈਂ ਹੀ ਹਾਂ, ਮੇਰਾ ਕੀਤਾ ਹੀ ਹੋ ਰਿਹਾ। ਇਸ ਹਉਮੈ ਵਿੱਚ ਮਨੁੱਖ ਪਿਆ ਤੇ ਇਸ ਹਉਮੈ ਦੇ ਕਾਰਨ ਮਨੁੱਖ ਜੀਵ ਜਿਹੜਾ ਹੈ ਇਹ ਵਾਹਿਗੁਰੂ ਪਰਮੇਸ਼ਰ ਤੋਂ ਦੂਰ ਚਲਾ ਜਾਂਦਾ ਹੈ। ਬਹੁਤ ਵਿੱਥ ਪੈ ਜਾਂਦੀ ਹੈ, ਬੜਾ ਫਰਕ ਪੈ ਜਾਂਦਾ ਹੈ, ਦੂਰੀ ਬਣ ਆਉਂਦੀ ਹੈ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਭਾਰੀ। ਸਾਹਿਬ ਜੀ ਕਹਿੰਦੇ ਹਉਮੈ ਦੇ ਵਿੱਚ ਪਿਆ ਹੋਇਆ ਮਨੁੱਖ ਜਨਮ ਮਰਨ ਦਾ ਵੱਡਾ ਭਾਰੀ ਦੁੱਖ ਸਹਿਣ ਕਰਦਾ ਹੈ। ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਨਹੀਂ ਨਿਕਲਦਾ। ਕਿਉਂ? ਆਪਣੀ ਹਉਮੈ ਦੇ ਕਾਰਨ। ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ, ਪਰਮੇਸ਼ਰ ਨਾਲੋਂ ਦੂਰੀ ਬਣੀ ਹੋਈ ਹੈ, ਪਰਮੇਸ਼ਰ ਨਾਲ ਸਾਂਝ ਨਹੀਂ ਬਣੀ।
ਪਰਮੇਸ਼ਰ ਨਾਲ ਸਾਂਝ ਨਾ ਬੰਨਣ ਦੇ ਕਾਰਨ ਮਨੁੱਖ ਫਿਰ ਜੂਨੀਆਂ ਵਿੱਚ ਭਟਕਦਾ ਹੈ। ਜਿਨ੍ਹਾਂ ਜੂਨੀਆਂ ਵਿੱਚੋਂ ਨਿਕਲ ਕੇ ਆਇਆ ਉਹਨਾਂ ਜੂਨੀਆਂ ਦੇ ਵਿੱਚ ਜੀਵ ਜਨਮ ਲੈਂਦਾ ਹੈ, ਮੌਤ ਹੁੰਦੀ ਹੈ, ਜਨਮ ਲੈਂਦਾ ਹੈ, ਮਰ ਜਾਂਦਾ ਹੈ, ਚੱਕਰ ਦੇ ਵਿੱਚ ਪਿਆ ਰਹਿੰਦਾ ਹੈ, ਭਾਰੀ ਦੁੱਖ ਸਹਿਣ ਕਰਦਾ ਹੈ। ਤੇ ਕਹਿੰਦੇ ਫਿਰ ਇਹ ਵਿੱਥ ਮਿਟ ਕਿਵੇਂ ਸਕਦੀ ਹੈ, ਇਹ ਦੂਰ ਹੋ ਸਕਦੀ ਹੈ ਕਿ ਵਿੱਥ ਖਤਮ ਹੋ ਜਾਵੇ, ਦੂਰੀ ਮਿਟ ਜਾਵੇ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਵੇ। ਉਹ ਹੁੰਦੀ ਹੈ ਗੁਰੂ ਸ਼ਬਦ ਦੇ ਨਾਲ ਜੁੜਿਆ। ਜਦੋਂ ਸਤ ਸੰਗਤ ਕਰਦੇ ਆ, ਸੰਗਤ ਵਿੱਚ ਜੁੜਦੇ ਆ, ਗੁਰੂ ਦੇ ਸ਼ਬਦ ਨਾਲ ਜੁੜਦੇ ਆ, ਵਿਚਾਰ ਨੂੰ ਸਰਵਣ ਕਰਦੇ ਆ, ਫਿਰ ਹਿਰਦੇ ਅੰਦਰ ਧਾਰਨ ਕਰਕੇ ਉਹਦੀ ਕਮਾਈ ਕਰਦੇ ਆ, ਕਹਿੰਦੇ ਫਿਰ ਇਹ ਖਤਮ ਹੁੰਦੀ ਹੈ ਦੂਰੀ। ਤੇ ਕਬੀਰ ਸਾਹਿਬ ਜੀ ਵੀ ਕਹਿੰਦੇ ਨੇ, ਕਹਿੰਦੇ ਵਾਹਿਗੁਰੂ ਪਰਮੇਸ਼ਰ ਜਦੋਂ ਦਾ ਤੂੰ ਹਿਰਦੇ ਵਿੱਚ ਵਸਿਆ ਤੇ ਉਦੋਂ ਦਾ ਕੀ ਹੈ, ਕਹਿੰਦੇ ਕਬੀਰ ਤੂੰ ਕਰਤਾ ਤੂੰ ਹੁਆ, ਤੂੰ ਕਰਤਾ ਤੂੰ ਹੁਆ, ਤੂੰ ਕਰਤਾ ਤੂੰ ਹੁਆ, ਤੂੰ ਕਰਤਾ ਤੂੰ ਹੁਆ। ਮੁਝ ਮੈਂ ਰਹਾ ਨਾ ਹੋ, मुझ में रहा न हो, मुझ में रहा न हो, मुझ में रहा न हो। जब आपा पर का मिट गया, जब आपा पर का मिट गया, जब आपा पर का मिट गया, जब आपा पर का मिट गया। जत देखो तत तू, जत देखो तत तू, जत देखो तत तू, जत देखो तत तू। ਕਹਿੰਦੇ ਹੁਣ ਮੇਰੇ ਵਿੱਚ ਹਉਮੈ ਨਹੀਂ ਰਹੀ, ਮੈਂ ਨਹੀਂ ਰਹੀ, ਹੁਣ ਤੂੰ ਹਿਰਦੇ ਵਿੱਚੋਂ ਆਵਾਜ਼ ਤੂੰ ਦੀ ਆਉਂਦੀ ਹੈ। ਆਪਾ ਪਰਕਾ ਆਪਣਾ ਪਰਾਇਆ ਇਹ ਅੰਦਰੋਂ ਖਤਮ ਹੋ ਗਿਆ। ਹੁਣ ਜਿੱਧਰ ਵੇਖਦਾ ਤੂੰ ਹੀ ਨਜ਼ਰ ਆਉਣਾ, ਤੂੰ ਹੀ ਨਜ਼ਰ ਆਉਣਾ। ਸੋ ਕਹਿੰਦੇ ਜਦੋਂ ਗੁਰ ਸ਼ਬਦ ਨਾਲ ਜੁੜਦੇ ਆ, ਜੀਵ ਦੇ ਅੰਦਰੋਂ ਹਉਮੈ ਖਤਮ ਹੁੰਦੀ ਹੈ, ਹਉਮੈ ਮਿਟਦੀ ਹੈ ਤੇ ਜੀਵ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਆ ਜਾਂਦਾ ਹੈ। ਹਉਮੈ ਦੇ ਕਾਰਨ ਜਿਹੜਾ ਹੈ ਅਵਿਦਿਆ ਰੂਪ ਨੀਂਦ ਵਿੱਚ ਮਨੁੱਖ ਸੁੱਤਾ ਹੋਇਆ ਹੈ ਤੇ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੇ ਹੋਣ ਦੇ ਕਾਰਨ ਜਿਹੜਾ ਹੈ ਇਹ ਵਾਹਿਗੁਰੂ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ। ਸੋ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਭਗਤ ਰਵਿਦਾਸ ਜੀ ਸਾਨੂੰ ਸਮਝਾ ਰਹੇ ਨੇ, ਆਓ ਰਲ ਮਿਲ ਕੇ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ। ਸੁਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੇ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਨੇ ਜਦੋਂ ਆਦਿ ਸ਼੍ਰੀ ਗ੍ਰੰਥ ਜੀ ਦੀ ਸੰਪਾਦਨਾ ਕੀਤੀ, ਜਿੱਥੇ ਗੁਰੂ ਸਾਹਿਬਾਨ ਦੀ ਬਾਣੀ ਦਰਜ ਕੀਤੀ, ਉੱਥੇ ਭਗਤ ਸਾਹਿਬਾਨ ਦੀ ਬਾਣੀ ਦਰਜ ਕੀਤੀ ਤੇ ਕਿੰਨਾ ਸਤਿਕਾਰ ਬਖਸ਼ਿਆ ਭਗਤਾਂ ਨੂੰ। ਬਾਣੀ ਲਿਖਦੇ ਆ ਭਗਤ ਰਵਿਦਾਸ ਜੀ ਦੇ ਨਾਲ ਲਿਖਿਆ, ਬਾਣੀ ਭਗਤ ਰਵਿਦਾਸ ਜੀ ਕੀ। ਜਿੱਥੇ ਗੁਰੂ ਸਾਹਿਬ ਦੀ ਬਾਣੀ ਆਉਂਦੀ ਹੈ ਉੱਥੇ ਆਪਾਂ ਪੜ੍ਹਦੇ ਹਾਂ ਸੋਰਠ ਮਹੱਲਾ ਪੰਜਵਾਂ, ਸੋਰਠ ਮਹੱਲਾ ਪਹਿਲਾ। ਪਰ ਜਿੱਥੇ ਭਗਤ ਸਾਹਿਬਾਨ ਦੀ ਬਾਣੀ ਆਉਂਦੀ ਹੈ ਉੱਥੇ ਵਿਸ਼ੇਸ਼ ਤੌਰ ਤੇ ਸਤਿਕਾਰ ਬਖਸ਼ਿਆ ਪਾਤਸ਼ਾਹ ਜੀ ਨੇ ਜੀ ਸ਼ਬਦ ਵਰਤਿਆ ਨਾਲ।
ਆ ਸੰਸਾਰ ਦੇ ਵਿੱਚ ਬੜੇ ਵੰਡੀਆਂ ਪਾਉਣ ਵਾਲੇ ਉੱਠ ਪਏ ਔਰ ਜਿਹੜੇ ਉਹ ਕਹਿਣ ਲੱਗੇ ਕਿ ਸਾਡੇ ਭਗਤਾਂ ਦੀ ਬਾਣੀ ਅਲੱਗ ਕਰ ਦਿਓ ਜੀ। ਫਿਰ ਤਾਂ ਇੱਕੋ ਭਾਈਚਾਰੇ ਦੇ ਬਣ ਕੇ ਰਹਿ ਗਏ। ਅੱਜ ਜਿੱਥੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹਾਂ, ਉੱਥੇ ਭਗਤ ਸਾਹਿਬਾਨ ਨੂੰ ਨਮਸਕਾਰ ਕਰਦੇ ਹਾਂ। ਜਿੱਥੇ ਸਾਡਾ ਸੀਸ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅੱਗੇ ਝੁਕਦਾ ਹੈ, ਉੱਥੇ ਭਗਤ ਸਾਹਿਬਾਨ ਅੱਗੇ ਝੁਕਦਾ ਹੈ। ਇਹ ਯਤਨ ਵੀ ਕੀਤੇ ਜਾ ਰਹੇ ਨੇ। ਪਿੱਛੇ ਜੀ ਪਤਾ ਲੱਗਿਆ ਸੀ ਕਿ ਸ੍ਰੀ ਸੈਨ ਜੀ ਦੀ ਉਹਨਾਂ ਦੀ ਬਾਣੀ ਵੀ ਉਹਨਾਂ ਨੇ ਇੱਕ ਆਪਣਾ ਕੋ ਗ੍ਰੰਥ ਬਣਾ ਲਿਆ। ਭਗਤ ਰਵਿਦਾਸ ਜੀ ਦੀ ਬਾਣੀ ਲਾ ਕਰਕੇ ਬੜੇ ਜਿਹੜੇ ਕੁਝ ਯਤਨ ਕੀਤੇ ਜਾ ਰਹੇ ਨੇ। ਸਤਿਕਾਰ ਘਟਾ ਰਹੇ ਆ, ਵਧਾ ਨਹੀਂ ਰਹੇ। ਗੁਰੂ ਸਾਹਿਬ ਜੀ ਨੇ ਸਤਿਕਾਰ ਦਿੱਤਾ। ਪਾਣੀ ਭਗਤ ਰਵਿਦਾਸ ਜੀ ਕੀ, ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਵਸਤੂ ਨਿਰਦੇਸ਼ ਮੰਗਲ ਕਰਦੇ ਆ। ਪਾਤਸ਼ਾਹ ਜੀ ਕਹਿੰਦੇ ਉਹ ਅਦੁੱਤੀ ਅਕਾਲ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਉਹ ਓੰਕਾਰ ਚੇਤਨ ਸਵਰੂਪ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਐਸੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। जब हम होते तब तो नाही, अब तू ही मैं नाही। ਐ ਵਾਹਿਗੁਰੂ, ਐ ਅਕਾਲ ਪੁਰਖ, ਜਦੋਂ ਤੱਕ ਮੇਰੇ ਵਿੱਚ ਮੈਂ ਸੀ, ਮੈਂ ਸੀ, ਹਾਂ ਸੀ, ਮੈਂ ਸੀ, ਉਦੋਂ ਤੱਕ ਤੂੰ ਮੇਰੇ ਹਿਰਦੇ ਵਿੱਚ ਨਹੀਂ ਵਸਿਆ। ਤੇਰਾ ਨਿਵਾਸ ਮੇਰੇ ਹਿਰਦੇ ਵਿੱਚ ਨਹੀਂ ਹੋਇਆ, ਕਿਉਂਕਿ ਮੇਰੇ ਹਿਰਦੇ ਵਿੱਚ ਮੈਂ ਸੀ। ਮੈਂ ਹਉਮੈ ਵਿੱਚ ਪਿਆ ਹੋਇਆ ਸੀ ਕਿ ਬਸ ਜੋ ਹਾਂ ਮੈਂ ਹਾਂ। ਇਸ ਹਉਮੈ ਦੇ ਕਾਰਨ, ਮੈਂ ਦੇ ਕਾਰਨ ਜਦੋਂ ਤੱਕ ਮੈਂ ਸੀ, ਉਦੋਂ ਤੱਕ ਵਾਹਿਗੁਰੂ ਪਰਮੇਸ਼ਰ ਤੁਸੀਂ ਹਿਰਦੇ ਵਿੱਚ ਨਿਵਾਸ ਨਹੀਂ ਕੀਤਾ। ਅਬ ਤੂੰ ਹੀ ਮੈਂ ਨਾਹੀਂ। ਮੇਰੇ ਹਿਰਦੇ ਵਿੱਚੋਂ ਮੈਂ ਖਤਮ ਹੋ ਗਈ ਹੈ, ਮੈਂ ਚਲੀ ਗਈ ਹੈ। ਤੇ ਮੈਂ ਜਾਣ ਦੇ ਨਾਲ ਕੀ ਹੋਇਆ? ਫਿਰ ਤੇਰਾ ਹਿਰਦੇ ਵਿੱਚ ਨਿਵਾਸ ਹੋ ਗਿਆ। ਹੁਣ ਤੂੰ ਹਿਰਦੇ ਵਿੱਚ ਵਸਿਆ ਹੋਇਆ ਹੈ। ਹੁਣ ਮੈਂ ਨੂੰ ਕੋਈ ਥਾਂ ਨਹੀਂ ਰਹੀ, ਹੁਣ ਹਉਮੈ ਨੂੰ ਕੋਈ ਥਾਂ ਨਹੀਂ ਰਹੀ। ਹੁਣ ਜਿੱਧਰ ਵੀ ਵੇਖਦਾ ਉਧਰ ਤੂੰ ਹੀ ਨਜ਼ਰ ਆਉਣਾ ਹੈ। ਚਾਰੇ ਪਾਸੇ ਤੂੰ ਰਮਿਆ, ਜ਼ਰੇ ਜ਼ਰੇ ਵਿੱਚ ਰਮਿਆ ਹੋਇਆ ਨਜ਼ਰ ਆਉਣਾ ਹੈ। ਸਮਸਤ ਜੀਵਾਂ ਅੰਦਰ ਤੇਰੀ ਜੋਤ ਨਜ਼ਰ ਆਉਂਦੀ ਹੈ। ਇਸ ਕਰਕੇ ਜਦੋਂ ਤੱਕ ਮੈਂ ਸੀ ਉਦੋਂ ਤੱਕ ਤੂੰ ਨਹੀਂ ਸੀ। ਹੁਣ ਮੇਰੀ ਮੈਂ ਖਤਮ ਹੋ ਗਈ ਹੈ, ਹਉਮੈ ਚਲੀ ਗਈ ਹੈ। ਹੁਣ ਤੇਰਾ ਹਿਰਦੇ ਵਿੱਚ ਨਿਵਾਸ, ਤੂੰ ਹੀ ਸਾਰੇ ਪਾਸੇ ਨਜ਼ਰ ਆਉਂਦਾ ਹੈ। ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਤੇਜ਼ ਹਵਾ ਚੱਲਦੀ ਹੈ ਤੇ ਤੇਜ਼ ਹਵਾ ਦੇ ਚੱਲਣ ਦੇ ਨਾਲ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ। ਸਮੁੰਦਰ ਨੱਕੋ ਨੱਕ ਭਰ ਦਿੰਦਾ, ਬੜੀਆਂ ਤੇਜ਼ ਤੇ ਛੱਲਾਂ ਤਰੰਗਾਂ ਉੱਠਦੀਆਂ ਨੇ। ਤੇਜ਼ ਹਵਾ ਚੱਲਣ ਦੇ ਨਾਲ ਜਦੋਂ ਤਰੰਗਾਂ ਉੱਠਦੀਆਂ ਨੇ ਤੇ ਉੱਪਰ ਨੂੰ ਉੱਠ ਕੇ ਫਿਰ ਜਲ ਵਿੱਚ ਸਮਾ ਜਾਂਦੀਆਂ ਨੇ। ਹੁਣ ਉਹ ਹੈ ਤਾਂ ਜਲ ਦਾ ਹੀ ਰੂਪ ਨਾ। ਜੇ ਆਪਾਂ ਕਹੀਏ ਕਿ ਜਲ ਵੱਖਰਾ ਹੈ ਤੇ ਤਰੰਗਾਂ ਵੱਖਰੀਆਂ ਨੇ, ਕਦੀ ਵੀ ਨਹੀਂ ਹੋ ਸਕਦਾ। ਇਹ ਕਦੀ ਵੀ ਨਹੀਂ ਹੋ ਸਕਦਾ। ਉਹ ਜਲ ਦੇ ਵਿੱਚੋਂ ਉੱਠੀਆਂ ਸਨ ਤਰੰਗਾਂ ਤੇ ਉੱਪਰ ਉੱਠ ਕੇ ਜਲ ਦੇ ਵਿੱਚ ਸਮਾ ਗਈਆਂ, ਜਲ ਦਾ ਹੀ ਰੂਪ ਹੋ ਗਈਆਂ। ਜਲ ਦੇ, ਕਿਉਂਕਿ ਜਲ ਤੇ ਤਰੰਗ ਦੇ ਵਿੱਚ ਕੋਈ ਫਰਕ ਨਹੀਂ, ਕੋਈ ਕਿਸੇ ਤਰ੍ਹਾਂ ਦਾ ਭੇਦ ਨਹੀਂ। ਕੇਵਲ ਜਲ ਮਾਹੀ। ਉਹ ਜਲ ਦੇ ਵਿੱਚ ਉੱਠੀਆਂ ਸਨ ਤੇ ਜਲ ਦੇ ਵਿੱਚ ਹੀ ਸਮਾ ਗਈਆਂ, ਉਹਦਾ ਹੀ ਰੂਪ ਹੋ ਗਈਆਂ। ਉਹਨਾਂ ਤਰੰਗਾਂ ਦੇ ਵਿੱਚ, ਲਹਿਰਾਂ ਵਿੱਚ। ਤੇ ਐ ਵਾਹਿਗੁਰੂ ਪਰਮੇਸ਼ਰ ਜੀ, ਉਹ ਜਲ ਵਿੱਚ ਕੋਈ ਫਰਕ ਨਹੀਂ। ਮਾਧਵੇ ਕਿਆ ਕਹੀਏ ਭ੍ਰਮ ਐਸਾ। ਭਗਤ ਰਵਿਦਾਸ ਜੀ ਨੇ ਜਿੰਨੇ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਵਿੱਚ ਬਾਣੀ ਲਿਖੀ, ਮਾਧਵੇ ਸ਼ਬਦ ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਹੁੰਦਿਆਂ ਵਰਤਿਆ। ਬਹੁਤਾਈ ਜਿਹੜਾ ਬਹੁਤ ਥਾਵਾਂ ਤੇ ਮਾਧਵੇ ਸ਼ਬਦ ਭਗਤ ਜੀ ਨੇ ਵਰਤਿਆ ਆਪਣੀ ਬਾਣੀ ਦੇ ਵਿੱਚ। ਮਾਧਵੇ ਕਿਆ ਕਹੀਏ ਭਰਮ ਐਸਾ। ਮਨ ਅੰਦਰ ਇੱਕ ਭਰਮ ਬਣਿਆ ਹੋਇਆ ਹੈ, ਹਿਰਦੇ ਦੇ ਅੰਦਰ ਇੱਕ ਭਰਮ ਜਿਹੜਾ ਉਹ ਬਣਿਆ ਹੋਇਆ ਹੈ। ਜੈਸਾ ਮਾਨੀਐ ਹੋਏ ਨਾ ਤੈਸਾ। ਤੇ ਉਹ ਭਰਮ ਦੇ ਕਾਰਨ ਜਿਵੇਂ ਅਸੀਂ ਮੰਨਦੇ ਆ ਉਸ ਤਰ੍ਹਾਂ ਹੁੰਦਾ ਨਹੀਂ।
ਹੁਣ ਭਰਮ ਕੀ ਹੈ? ਸ਼ੀਸ਼ਾ ਹੈ, ਉਹ ਸ਼ੀਸ਼ੇ ਦੇ ਅੱਗੇ ਆਪਾਂ ਖੜ ਜਾਈਏ ਤੇ ਉਹਦੇ ਵਿੱਚ ਸਾਨੂੰ ਆਪਣਾ ਬਿੰਬ ਦਿਸਦਾ ਹੈ, ਆਪਣਾ ਚਿਹਰਾ ਨਜ਼ਰ ਆਉਂਦਾ ਨਾ, ਸਾਡਾ ਬਿੰਬ ਉਹਦੇ ਵਿੱਚੋਂ ਨਜ਼ਰ ਆਉਂਦਾ ਹੈ। ਤੇ ਹੁਣ ਕੀ ਆਪਾਂ ਕਹਿ ਸਕਦੇ ਆ ਕਿ ਅਸੀਂ ਤੇ ਉਹ ਜਿਹੜਾ ਸਾਡਾ ਬਿੰਬ ਨਜ਼ਰ ਆ ਰਿਹਾ ਸ਼ੀਸ਼ੇ ਵਿੱਚੋਂ ਵੱਖਰਾ ਹੈ? ਨਹੀਂ, ਸਾਡਾ ਪ੍ਰਤੀਬਿੰਬ ਹੈ, ਉਹ ਬਿੰਬ ਨਜ਼ਰ ਆ ਰਿਹਾ ਹੈ। ਤੇ ਜਦੋਂ ਸ਼ੀਸ਼ੇ ਨੂੰ ਪਰੇ ਹਟਾਵਾਂਗੇ ਤੇ ਉਹ ਬਿੰਬ ਜਿਹੜਾ ਨਜ਼ਰ ਆ ਰਿਹਾ, ਉਹ ਵੱਖਰਾਪਣ ਜਿਹੜਾ ਨਜ਼ਰ ਆ ਰਿਹਾ ਖਤਮ ਹੋ ਜਾਵੇਗਾ। ਘੜੇ ਵਿੱਚ ਜਲ ਭਰ ਕੇ ਰੱਖ ਦਈਏ ਤੇ ਉਹ ਜਲ ਦੇ ਵਿੱਚੋਂ ਜਦੋਂ ਅਸੀਂ ਸੂਰਜ ਨੂੰ ਤੱਕਣਾ ਕਰੀਏ, ਸੂਰਜ ਨਜ਼ਰ ਆਵੇ, ਤੇ ਜੇ ਅਸੀਂ ਕਹੀਏ ਕਿ ਘੜੇ ਵਾਲਾ ਸੂਰਜ ਵੱਖਰਾ ਹੈ ਤੇ ਆਕਾਸ਼ ਵਾਲਾ ਸੂਰਜ ਵੱਖਰਾ ਹੈ, ਸਾਡੀ ਬੇਸਮਝੀ ਹੋਵੇਗੀ। ਤੇ ਜਦੋਂ ਡੰਡਾ ਲਿਆ, ਘੜੇ ਨੂੰ ਭੰਨ ਦਿੱਤਾ, ਘੜਾਣ ਦੇ ਨਾਲ ਕੀ ਹੋਇਆ? ਉਹ ਜਿਹੜਾ ਬਿੰਬ ਸੀ ਸੂਰਜ ਦਾ ਵਿੱਚ ਨਜ਼ਰ ਆ ਰਿਹਾ ਸੀ, ਉਹ ਖਤਮ ਹੋ ਗਿਆ। ਇਸ ਕਰਕੇ ਵਾਹਿਗੁਰੂ ਪਰਮੇਸ਼ਰ ਜੀ ਉਹ ਸਾਡੇ ਹਿਰਦੇ ਦੇ ਅੰਦਰ ਜਿਹੜਾ ਭਰਮ ਬਣਿਆ, ਜਿਵੇਂ ਅਸੀਂ ਮੰਨਦੇ ਆ ਹੁੰਦਾ ਨਹੀਂ ਉਸ ਤਰ੍ਹਾਂ। ਰਹਾਉ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਜਿਵੇਂ ਇੱਕ ਬਾਦਸ਼ਾਹ ਹੋਵੇ, ਰਾਜ ਭਾਗ ਬਹੁਤ ਵੱਡਾ, ਤੇ ਸੇਜਾ ਤੇ ਲੇਟੇ ਤੇ ਸੁਪਨਾ ਆਵੇ। ਸੁਪਨੇ ਵਿੱਚ ਕੀ ਵੇਖਦਾ ਕਿ ਮੈਂ ਤਾਂ ਭਿਖਾਰੀ ਬਣਿਆ, ਦਰ ਦਰ ਤੇ ਭੀਖ ਮੰਗ ਰਿਹਾ, ਬੜਾ ਦੁਖੀ ਹੁੰਦਾ ਹੈ। ਇੱਕ ਨੇਚਲ ਦਾਸ ਜੀ ਨੇ ਉਹਨਾਂ ਵੱਲੋਂ ਇੱਕ ਵਿਚਾਰ ਦਿੱਤਾ, ਕਥਾ ਲਿਖੀ ਆਉਂਦੀ ਹੈ, ਸਾਖੀ ਮਿਲਦੀ ਹੈ। ਇੱਕ ਬਹੁਤ ਵੱਡਾ ਬਾਦਸ਼ਾਹ ਹੋਇਆ, ਇੰਦਰ ਦੇ ਸਮਾਨ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਉਹਦਾ ਰਾਜ ਭਾਗ ਸੀ, ਤੇਜ ਪ੍ਰਤਾਪ ਸੀ। ਹੁਣ ਰਾਜਾ ਬਾਦਸ਼ਾਹ ਬਹੁਤ ਵੱਡਾ, ਬੜੇ ਵੱਡੇ ਮਹਿਲ ਵਿੱਚ ਰਹਿੰਦਾ ਹੈ, ਬੜੇ ਨੌਕਰ ਚਾਕਰ, ਬੜੇ ਸਿਪਾਹੀ ਜਿਹੜੇ ਨੇ ਉਹ ਪਹਿਰੇ ਤੇ ਖੜੇ ਨੇ, ਸਿਪਾਹੀਆਂ ਦੇ ਕੋਲ ਹਥਿਆਰ ਨੇ, ਮਿਆਨ ਦੇ ਵਿੱਚੋਂ ਬਾਹਰ ਤਲਵਾਰਾਂ ਕੱਢ ਕੇ ਹੱਥ ਵਿੱਚ ਪਕੜੀਆਂ ਨੇ, ਬਰਸ਼ੇ ਪਕੜੇ ਹੋਏ ਨੇ, ਪਹਿਰਾ ਦੇ ਰਹੇ ਨੇ। ਅੰਦਰ ਜਿਹੜਾ ਉਹ ਪਰਿੰਦਾ ਵੀ ਨਹੀਂ ਜਾ ਸਕਦਾ। ਕਹਿੰਦੇ ਇੱਕ ਦਿਨ ਕੀ ਹੋਇਆ, ਇਹ ਜਿਹੜਾ ਰਾਜਾ ਸੀ ਆਪਣੇ ਮਹਿਲਾਂ ਦੇ ਵਿੱਚ ਇੱਕ ਫੁੱਲਾਂ ਦੀ ਬੜੀ ਸੋਹਣੀ ਸੁੰਦਰ ਸੇਜ ਜਿਹੜੀ ਸੀ ਇਹਦੀ ਵਿਛਾਈ ਤਿਆਰ ਕੀਤੀ, ਉਹਦੇ ਤੇ ਆਰਾਮ ਕਰਨ ਲਈ ਲੇਟਿਆ। ਚਾਰੇ ਪਾਸੇ ਸਿਪਾਹੀ ਉਹ ਪਹਿਰਾ ਦੇ ਰਹੇ ਨੇ, ਹੱਥ ਵਿੱਚ ਤਲਵਾਰਾਂ ਪਕੜੀਆਂ, ਬਰਛੇ ਪਕੜੇ ਹੋਏ, ਹਥਿਆਰ ਬੰਦ ਹੋ ਕੇ ਪੂਰੀ ਸਖਤੀ ਨਾਲ ਪਹਿਰਾ ਦੇ ਰਹੇ ਨੇ। ਮਨੁੱਖ ਤਾਂ ਉੱਥੇ ਪਹੁੰਚਣਾ ਬਹੁਤ ਦੂਰ ਦੀ ਗੱਲ, ਉੱਥੇ ਕਹਿੰਦੇ ਪੰਛੀ ਵੀ ਨਹੀਂ ਜਾ ਸਕਦਾ, ਇਤਨਾ ਤਗੜਾ ਪਹਿਰਾ ਲੱਗਿਆ ਹੋਇਆ। ਹੁਣ ਰਾਜਾ ਉਹ ਫੁੱਲਾਂ ਦੀ ਸੇਜ ਤੇ ਲੇਟਿਆ ਤੇ ਫੁੱਲਾਂ ਦੀ ਸੇਜ ਤੇ ਗੂੜੀ ਨੀਂਦ ਆਈ, ਗੂੜੀ ਨੀਂਦ ਵਿੱਚ ਸੁੱਤਾ, ਸੌਂ ਗਿਆ। ਹੁਣ ਜਦੋਂ ਗੂੜੀ ਨੀਂਦ ਵਿੱਚ ਸੁੱਤਾ ਹੈ, ਸੁੱਤੇ ਹੋਏ ਨੂੰ ਇੱਕ ਸੁਪਨਾ ਆਇਆ। ਸੁਪਨਾ ਆਇਆ, ਸੁਪਨੇ ਵਿੱਚ ਕੀ ਵੇਖਦਾ ਹੈ, ਇੱਕ ਗਿੱਦੜੀ ਆਈ। ਉਹ ਗਿੱਦੜੀ ਨੇ ਰਾਜੇ ਦੀ ਜਿਹੜੀ ਟੰਗ ਸੀ ਉਹ ਪਕੜ ਲਈ, ਬੜੀ ਜ਼ੋਰ ਦੇ ਪਕੜੀ। ਜਿਹੜਾ ਦੰਦ ਸੀ ਗਿੱਦੜੀ ਦਾ ਉਹ ਨਸ ਦੇ ਵਿੱਚ ਖੁੱਭ ਗਿਆ, ਲੱਤ ਵਿੱਚ ਖੁੱਭਿਆ, ਬੜਾ ਦਰਦ ਹੋਇਆ ਰਾਜੇ ਨੂੰ। ਹੁਣ ਜਦੋਂ ਦਰਦ ਹੋਇਆ ਤੇ ਰਾਜੇ ਨੇ ਆਵਾਜ਼ ਦਿੱਤੀ, ਹੈ ਕੋਈ, ਮੇਰੀ ਮਦਦ ਕਰੋ। ਹੁਣ ਉਦਾਂ ਤਾਂ ਪਹਿਰੇ ਤੇ ਸਿਪਾਹੀ ਖੜੇ ਨੇ, ਉਹਨਾਂ ਹੱਥਾਂ ਵਿੱਚ ਸ੍ਰੀ ਸਾਹਿਬ ਤਲਵਾਰਾਂ ਪਕੜੀਆਂ, ਬਰਛੇ ਪਕੜੇ, ਹਥਿਆਰ ਬੰਦ ਹੋ ਕੇ ਪਹਿਰਾ ਦੇ ਰਹੇ ਨੇ। ਹੁਣ ਆਵਾਜ਼ ਦਿੰਦਾ, ਹੈ ਕੋਈ, ਮੇਰੀ ਮਦਦ ਕਰੋ। ਤੇ ਜਦੋਂ ਵੇਖਿਆ ਕਿ ਕੋਈ ਨਹੀਂ ਆਇਆ, ਕੋਈ ਨਹੀਂ ਬੌੜਿਆ, ਕੋਈ ਮਦਦ ਵਾਸਤੇ ਅੱਗੇ ਨਹੀਂ ਆਇਆ, ਕਿਉਂਕਿ ਉਹ ਹੈ ਤਾਂ ਸੁਪਨਾ ਸੀ ਨਾ, ਸੁਪਨਾ ਵੇਖ ਰਿਹਾ ਸੀ ਰਾਜਾ।
ਹੁਣ ਜਦੋਂ ਕੋਈ ਵੀ ਨਾ ਆਇਆ, ਵੇਖਿਆ ਤੇ ਕੋਲ ਹੀ ਇੱਕ ਡੰਡਾ ਪਿਆ ਸੀ। ਉਹ ਡੰਡਾ ਪਕੜਿਆ ਤੇ ਗਿੱਦੜੀ ਦੇ ਸਿਰ ਦੇ ਵਿੱਚ ਮਾਰਿਆ ਤੇ ਗਿੱਦੜੀ ਜਿਹੜੀ ਸੀ ਉਹ ਮਰ ਗਈ। ਹੁਣ ਰਾਜਾ ਜਿਹੜਾ ਉਹ ਲੰਗੜਾ ਹੋਇਆ, ਦਰਦ ਹੋ ਰਹੀ ਹੈ ਬੜੀ, ਦਰਦ ਦੇ ਨਾਲ ਬੜਾ ਵਿਆਕੁਲ ਹੋਇਆ, ਲੰਗੜਾਉਂਦਾ ਹੋਇਆ ਡੰਡੇ ਦਾ ਸਹਾਰਾ ਲੈ ਕੇ ਚੱਲ ਪਿਆ। ਵੈਦ ਦੇ ਘਰ ਪਹੁੰਚਿਆ ਵੀ ਵੈਦ ਕੋਲੋਂ ਜਾ ਕੇ ਦਵਾਈ ਲਗਵਾਵਾਂ। ਹੁਣ ਜਦੋਂ ਡੰਡੇ ਦੇ ਸਹਾਰੇ ਨਾਲ ਲੰਗੜਾਉਂਦਾ ਵੈਦ ਦੇ ਘਰ ਪਹੁੰਚਦਾ ਹੈ, ਵੈਦ ਨੂੰ ਕਹਿੰਦਾ, ਵੈਦ ਜੀ ਆ ਗਿੱਦੜੀ ਨੇ ਮੇਰੇ ਦੰਦ ਮਾਰ ਦਿੱਤਾ, ਦਰਦ ਬੜੀ ਹੋ ਰਹੀ ਹੈ ਤੇ ਮੈਨੂੰ ਫੂਹਾ ਲਾਓ। ਫੂਹਾ ਕਹਿੰਦੇ ਨੇ ਫੰਬਾ ਲਾਉਣਾ। ਵੈਦ ਉਸ ਵਕਤ ਦਵਾਈ ਤਿਆਰ ਕਰਦੇ ਸਨ ਤੇ ਉਹ ਕਾਟਨ ਲੈ ਕੇ, ਰੂੰ ਲੈ ਕੇ ਉਹਦੇ ਨਾਲ ਫੰਬਾ ਲਾ ਕੇ ਉਹ ਦਵਾਈ ਲਾ ਦਿੰਦੇ ਸਨ। ਕਹਿਣ ਲੱਗਾ ਮੇਰੇ ਫੂਹਾ ਲਾਓ, ਫੰਬਾ ਲਾ ਦਿਓ ਤਾਂ ਕਿ ਮੈਨੂੰ ਦਰਦ ਤੋਂ ਨਿਜਾਤ ਮਿਲੇ। ਵੈਦ ਕਹਿਣ ਲੱਗਾ ਕਿ ਦਵਾਈ ਤਿਆਰ ਕਰਨੀ ਪਵੇਗੀ। ਦਵਾਈ ਤਿਆਰ ਨਹੀਂ, ਫੂਹਾ ਜਿਹੜਾ ਫੰਬਾ ਲਾਉਣਾ ਉਹ ਤਿਆਰ ਕਰਨਾ ਪਵੇਗਾ ਤੇ ਉਹਦੇ ਵਾਸਤੇ ਮਾਇਆ ਚਾਹੀਦੀ ਹੈ। 1 ਟਕਾ ਦੇ ਤੇ ਮੈਂ ਫੂਹਾ ਤਿਆਰ ਕਰਾਂ। ਹੁਣ ਵੇਖਦਾ ਖਾਲੀ ਹੱਥ ਹੈ, ਕੋਈ ਪੈਸਾ ਨਹੀਂ। ਬੜਾ ਦੁਖੀ ਹੋਇਆ ਕਿ ਅੱਜ ਮੈਨੂੰ ਇਸ ਤਰ੍ਹਾਂ ਵੇਖ ਕਰਕੇ, ਮੇਰੀ ਇਹ ਹਾਲਤ ਵੇਖ ਕੇ ਮੈਨੂੰ ਇਸ ਵੈਦ ਨੇ ਜਵਾਬ ਦੇ ਦਿੱਤਾ ਹੈ ਕਿ ਪਹਿਲਾਂ 1 ਟਕਾ ਦੇ, ਫਿਰ ਫੂਹਾ ਤਿਆਰ ਕਰਾਂਗਾ, ਫੰਬਾ ਤਿਆਰ ਕਰਕੇ ਤੇਰੀ ਲੱਤ ਤੇ ਲਾਵਾਂਗਾ। ਜੇ ਕਿਤੇ ਅੱਜ ਮੇਰੇ ਕੋਲ ਧਨ ਹੁੰਦਾ, ਮੈਂ ਧਨਵਾਨ ਹੁੰਦਾ, ਤੇ ਵੈਦ ਨੇ ਮੇਰੇ ਘਰ ਚੱਲ ਕੇ ਆਉਣਾ ਸੀ। ਅੱਜ ਸੰਸਾਰ ਦੀ ਹਾਲਤ ਹੀ ਹੈ ਨਾ। ਜਿਹੜੇ ਮਾਇਆਤਾਰੀ ਲੋਕ ਨੇ ਉਹਨਾਂ ਦੇ ਅੱਗੇ ਪਿੱਛੇ ਸਾਰੇ ਭੱਜੇ ਫਿਰਦੇ ਨੇ। ਗਰੀਬ ਵਿਚਾਰਾ ਜਾ ਕੇ ਉੱਥੇ ਲੈਣਾ ਚ ਲੱਗਾ ਰਹਿੰਦਾ, ਕੋਈ ਪੁੱਛਦਾ ਹੀ ਨਹੀਂ, ਸਾਰਾ ਦਿਨ ਲੰਘ ਜਾਂਦਾ। ਜਿਹੜੇ ਰਿਸ਼ਤੇਦਾਰ ਨੇ ਇਹ ਵੀ ਸਵਾਰਥ ਦੇ ਜੁੜੇ ਹੋਏ ਨੇ, ਉਹ ਵੀ ਸਵਾਰਥ ਦੇ ਜੁੜੇ ਹੋਏ ਨੇ। ਜਦੋਂ ਸਵਾਰਥ ਪੂਰਾ ਨਾ ਹੋਵੇ ਤੇ ਸਾਰੇ ਹੀ ਸੰਗ ਛੱਡ ਜਾਂਦੇ ਨੇ। ਜਿਹਨੇ ਆਪਣਿਆਂ ਨੂੰ ਕਹਿ ਕੇ ਕਿ ਗਲੇ ਲਾਉਂਦਾ, ਜੱਫੀਆਂ ਪਾਉਂਦਾ, ਕਿਤੇ ਕੋਈ ਐਸਾ ਰੋਗ ਆ ਜਾਵੇ। ਅੱਜ ਕਰੋਨਾ ਆਇਆ ਨਾ, ਸੰਸਕਾਰ ਕਰਨ ਤੋਂ ਵੀ ਪਰੇ ਭੱਜਦੇ ਨੇ, ਕਹਿੰਦੇ ਨਹੀਂ ਤੁਸੀਂ ਕਰ ਦਿਓ। ਕਿੰਨੀਆਂ ਖਬਰਾਂ ਆਈਆਂ, ਦੇਖਿਆ ਕਿ ਘਰਦਿਆਂ ਨੇ ਡੈੱਡ ਬਾਡੀ ਲੈਣ ਤੋਂ ਇਨਕਾਰ ਕਰ ਦਿੱਤਾ। ਨਹੀਂ, ਅਸੀਂ ਇਹਦੇ ਨੇੜੇ ਨਹੀਂ ਜਾਣਾ, ਸਾਨੂੰ ਵੀ ਕਰੋਨਾ ਨਾ ਹੋ ਜਾਵੇ। ਵਿਖਾਇਆ ਸਾਨੂੰ ਪਰਮੇਸ਼ਰ ਨੇ। ਤੇ ਕਹਿਣ ਲੱਗੇ ਸਾਰੇ ਸਵਾਰਥ ਦੇ ਜੁੜੇ ਹੋਏ ਰਿਸ਼ਤੇ ਨੇ। ਤੇ ਹੁਣ ਸੋਚਦਾ ਹੋਇਆ ਕਿ ਅੱਜ ਜੇ ਪੈਸੇ ਹੁੰਦੇ ਤੇ ਵੈਦ ਮੈਨੂੰ ਏਦਾਂ ਕਿਵੇਂ ਕਹਿ ਦਿੰਦਾ, ਧਨਵਾਨ ਹੁੰਦਾ, ਇਹ ਤਾਂ ਮੇਰੇ ਘਰ ਚੱਲ ਕੇ ਆਉਂਦਾ। ਅੱਜ ਮੇਰੇ ਕੋਲ ਪੈਸਾ ਨਹੀਂ, ਤਾਂ ਹੀ ਇਹਨੇ ਵੀ ਇਹ ਗੱਲ ਕਹਿ ਦਿੱਤੀ 1 ਟਕਾ ਪਹਿਲਾਂ ਦੇ। ਹੁਣ ਤੁਰਿਆ ਉੱਥੋਂ ਬੜਾ ਦੁਖੀ ਮਨ ਦੇ ਨਾਲ। ਤੁਰਦਿਆਂ ਤੁਰਦਿਆਂ ਰਾਹ ਦੇ ਵਿੱਚ ਮੁਨੀਵਰ ਮਿਲਿਆ, ਉਹਨੂੰ ਆਪਣਾ ਦੁੱਖ ਦੱਸਿਆ। ਉਹ ਮੁਨੀਵਰ ਨੇ ਇਹਦੇ ਤੇ ਤਰਸ ਕੀਤਾ ਤੇ ਇਹਦਾ ਜਿਹੜਾ ਦੁੱਖ ਸੀ, ਦਰਦ ਸੀ, ਉਹ ਦੂਰ ਕਰ ਦਿੱਤਾ। ਹੁਣ ਹੈ ਤਾਂ ਇੱਕ ਸੁਪਨਾ ਸੀ ਨਾ, ਉਹ ਰਾਜ ਭਾਗ ਹੈ, ਨੌਕਰ ਚਾਕਰ ਸਾਰੇ ਖੜੇ ਪਹਿਰਾ ਦੇ ਰਹੇ ਨੇ। ਜਿੱਥੇ ਪੰਛੀ ਨਹੀਂ ਪਹੁੰਚ ਸਕਦਾ ਉੱਥੇ ਗਿੱਦੜੀ ਦੰਦ ਮਾਰਦੀ। ਸੁਪਨੇ ਵਿੱਚ ਉਹ ਰਾਜਾ ਜਿਹੜਾ ਸੇਜਾ ਤੇ ਸੁੱਤਾ ਪਿਆ ਸੁਪਨਾ ਵੇਖਦਾ ਤੇ ਦੁਖੀ ਹੁੰਦਾ। ਇਸੇ ਤਰ੍ਹਾਂ ਇਹ ਸੰਸਾਰ ਇੱਕ ਸੁਪਨਾ ਹੈ। ਜਗ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ। ਇਹ ਜਗਤ, ਇਹ ਸੰਸਾਰ ਜਿਹੜਾ ਵੇਖ ਰਿਹਾ ਇਹ ਵੀ ਇੱਕ ਸੁਪਨੇ ਦੀ ਨਿਆਈ ਹੈ। ਤੇ ਇਹ ਸੰਸਾਰ ਰੂਪੀ ਸੁਪਨਾ ਅਸੀਂ ਵੇਖ ਰਹੇ ਹਾਂ, ਅਵਿਦਿਆ ਰੂਪ ਨੀਂਦ ਵਿੱਚ ਸੁੱਤੇ ਹੋਏ। ਉਹ ਵਾਹਿਗੁਰੂ ਪਰਮੇਸ਼ਰ ਨਾਲ ਟੁੱਟੇ ਹੋਏ, ਟੁੱਟ ਕੇ ਅਸੀਂ ਦੁਖੀ ਹੋ ਰਹੇ ਹਾਂ। ਜਿਵੇਂ ਰਾਜਾ ਰਾਜ ਭਾਗ ਹੁੰਦੇ ਆ, ਨੌਕਰ ਚਾਕਰ ਸਿਪਾਹੀ ਹੁੰਦੇ ਆ, ਉਹ ਸੁਪਨੇ ਦੇ ਵਿੱਚ ਦੁਖੀ ਹੁੰਦਾ ਨਾ। ਇਸੇ ਤਰ੍ਹਾਂ ਇਸ ਸੁਪਨੇ ਨੂੰ ਅਸੀਂ ਸੱਚ ਕਰਕੇ ਮੰਨੀ ਬੈਠੇ ਆ ਤੇ ਸੱਚ ਕਰਕੇ ਮੰਨਣ ਕਰਕੇ ਵਾਹਿਗੁਰੂ ਪਰਮੇਸ਼ਰ ਨਾਲ ਟੁੱਟ ਚੁੱਕੇ ਆ ਤੇ ਟੁੱਟੇ ਹੋਣ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਅਛੁਤ ਰਾਜ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਹੁਣ ਸੇਜਾ ਤੇ ਸੁੱਤੇ ਨੂੰ ਜਿਵੇਂ ਰਾਜਾ ਸਮਝਦਾ ਮੈਂ ਤਾਂ ਭਿਖਾਰੀ ਆ, ਮੈਂ ਤਾਂ ਮੰਗਤਾ, ਤੇ ਉਹ ਦੁਖੀ ਹੁੰਦਾ। ਰਾਜ ਭਾਗ ਚਲਾ ਗਿਆ, ਸੁਪਨੇ ਦੇ ਵਿੱਚ ਮੰਗਤਾ ਬਣ ਗਿਆ।
ਸੋ ਗਤ ਭਈ ਹਮਾਰੀ, ਕਹਿੰਦੇ ਉਹੀ ਹਾਲਤ ਠੀਕ ਵਾਹਿਗੁਰੂ ਪਰਮੇਸ਼ਰ ਸਾਡੀ ਬਣੀ ਹੋਈ ਹੈ। ਅਸੀਂ ਵੀ ਸੰਸਾਰ ਰੂਪੀ ਸੁਪਨੇ ਨੂੰ ਵੇਖ ਰਹੇ ਹਾਂ, ਤੇ ਜਿਹੜਾ ਸੱਚ ਆਨੰਦ ਸਵਰੂਪੀ ਉਹ ਵਾਹਿਗੁਰੂ ਪਰਮੇਸ਼ਰ ਰਾਜਾ ਹੈ, ਉਹਦੇ ਨਾਲੋਂ ਟੁੱਟੇ ਹੋਏ ਆ, ਵਿਛੜੇ ਹੋਏ ਆ। ਟੁੱਟੇ ਹੋਣ ਕਰਕੇ ਅਸੀਂ ਦੁਖੀ ਹੋ ਰਹੇ ਹਾਂ। ਇਹੀ ਠੀਕ ਉਸ ਰਾਜੇ ਵਾਲੀ ਹਾਲਤ ਸਾਡੀ ਬਣੀ ਹੋਈ ਹੈ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਰਾਜ ਕਹਿੰਦੇ ਨੇ ਰਾਜੂ, ਰਜੂ ਕਹਿੰਦੇ ਨੇ ਰੱਸੀ ਨੂੰ। ਹਨੇਰਾ, ਕਿਉਂਕਿ ਜੇ ਬਹੁਤਾ ਗੂੜਾ ਹਨੇਰਾ ਹੋਵੇ ਤਾਂ ਵੀ ਭਰਮ ਪੈਦਾ ਨਹੀਂ ਹੁੰਦਾ। ਮਹਾਂਪੁਰਸ਼ਾਂ ਨੂੰ ਪੁੱਛਣ ਲੱਗੇ, ਕਹਿੰਦੇ ਭਰਮ ਕੀ ਹੈ? ਕਹਿੰਦੇ ਜੇ ਬਹੁਤ ਹਨੇਰਾ ਹੋਵੇ ਤਾਂ ਵੀ ਭਰਮ ਨਹੀਂ ਹੁੰਦਾ, ਤੇ ਜੇ ਬਹੁਤ ਚਾਨਣ ਹੋਵੇ ਤਾਂ ਵੀ ਭਰਮ ਨਹੀਂ ਹੁੰਦਾ। ਹੁਣ ਦਿਨ ਚੜਿਆ ਹੋਇਆ ਹੈ, ਦਿਨ ਦੇ ਵਿੱਚ ਕੋਈ ਸਾਹਮਣੇ ਵਸਤੂ ਪਈ ਸਾਹਮਣੇ ਸਾਫ਼ ਨਜ਼ਰ ਆ ਰਹੀ ਹੈ, ਭਰਮ ਨਹੀਂ ਪੈਦਾ ਹੁੰਦਾ। ਗੂੜੇ ਹਨੇਰੇ ਵਿੱਚ ਉਦਾਂ ਹੀ ਨਜ਼ਰ ਨਹੀਂ ਆਉਂਦੀ ਤਾਂ ਵੀ ਭਰਮ ਨਹੀਂ ਪੈਦਾ ਹੁੰਦਾ। ਫਿਰ ਕਹਿੰਦੇ ਕਦੋਂ ਪੈਦਾ ਹੁੰਦਾ ਹੈ? ਕਹਿੰਦੇ ਜਦੋਂ ਕੁਝ ਥੋੜਾ ਚਾਨਣ ਹੋਵੇ, ਥੋੜਾ ਹਨੇਰਾ ਹੋਵੇ, ਚੀਜ਼ ਨਜ਼ਰ ਆਉਂਦੀ ਹੋਵੇ ਪਰ ਉਹ ਸਾਫ਼ ਨਜ਼ਰ ਨਾ ਆਉਂਦੀ ਹੋਵੇ, ਉਹਦਾ ਪਤਾ ਨਾ ਲੱਗਦਾ ਹੋਵੇ, ਕਹਿੰਦੇ ਉਦੋਂ ਭਰਮ ਪੈਦਾ ਹੁੰਦਾ ਹੈ। ਹੁਣ ਥੋੜਾ ਹਨੇਰਾ ਹੋਵੇ, ਥੋੜੇ ਚਾਨਣੇ ਵਿੱਚ ਰੱਸੀ ਪਈ ਸੱਪ ਨਜ਼ਰ ਆਉਂਦੀ ਹੈ, ਭਿਅੰਗ ਕਹਿੰਦੇ ਨੇ ਸੱਪ ਨੂੰ। ਕਹਿੰਦੇ ਉਹ ਜਿਵੇਂ ਪ੍ਰਸੰਗ ਹੈ ਨਾ ਰੱਸੀ ਤੇ ਹਨੇਰੇ ਵਾਲਾ, ਕਹਿੰਦੇ ਠੀਕ ਉਸੇ ਤਰ੍ਹਾਂ ਅਸੀਂ ਭਰਮ ਵਿੱਚ ਪਏ ਹੋਏ ਹਾਂ। ਉਹ ਭਰਮ ਬਣਿਆ ਹੋਇਆ ਹੈ। ਤੇ ਫਿਰ ਪੁੱਛਿਆ ਵੀ ਭਰਮ ਜਾਂਦਾ ਕਿਵੇਂ ਹੈ? ਕਹਿੰਦੇ ਮਨੁੱਖ ਬੈਠਾ ਹੋਵੇ, ਅਚਾਨਕ ਉਹਦੀ ਝੋਲੀ ਦੇ ਵਿੱਚ ਆ ਕੇ ਸੱਪ ਪੈ ਜਾਵੇ। ਹੁਣ ਕਰਨਾ ਕੀ ਚਾਹੀਦਾ ਹੈ ਕਿ ਫਟਾਫਟ ਉਹ ਸੱਪ ਨੂੰ ਜਾਂ ਮਾਰੇ ਜਾਂ ਪਰਾਂ ਸਿੱਟੇ, ਉਹ ਤੋਂ ਬਚਾ ਕਰੇ ਆਪਣਾ। ਹੁਣ ਮਨੁੱਖ ਸੋਚਣ ਲੱਗ ਜਾਵੇ ਕਿ ਸੱਪ ਕਿੱਥੋਂ ਆਇਆ, ਉੱਪਰੋਂ ਆਕਾਸ਼ ਚੋਂ ਆਇਆ ਕਿ ਜਾਂ ਕਿਸੇ ਪਾਸਿਓਂ ਆਇਆ। ਕਹਿੰਦੇ ਉਹਦੇ ਸੋਚਦਿਆਂ ਕੀ ਹੋਏਗਾ? ਸੱਪ ਡੰਗ ਮਾਰੇਗਾ ਤੇ ਮੌਤ ਹੋ ਜਾਏਗੀ। ਕਹਿੰਦੇ ਉਹ ਸੋਚਣ ਦਾ ਸਮਾਂ ਨਹੀਂ, ਉਦੋਂ ਕਰਨ ਦਾ ਸਮਾਂ ਹੈ। ਕਹਿੰਦੇ ਹੁਣ ਕਬੂਤਰ ਨੂੰ ਫੜਨ ਵਾਸਤੇ ਕਬੂਤਰਾਂ ਨੂੰ ਸ਼ਿਕਾਰੀ ਨੇ ਜਾਲ ਲਾਇਆ, ਦਾਣਾ ਪਾਇਆ ਤੇ ਕਬੂਤਰ ਫਸ ਗਏ। ਕਹਿੰਦੇ ਹੁਣ ਕਬੂਤਰ ਜਦੋਂ ਆਉਂਦਾ ਹੈ, ਹੁਣ ਉਹ ਸੋਚਣ ਲੱਗ ਪਵੇ ਕਿ ਇਹ ਜਾਲ ਕਿਵੇਂ ਬਣਿਆ, ਇਹ ਧਾਗਾ ਕਿੱਥੋਂ ਆਇਆ, ਕਪਾਹ ਕਿੱਥੇ ਉਗਾਈ ਗਈ, ਕਿਹੜੇ ਕਪਾਹ ਤੋਂ ਇਹ ਧਾਗਾ ਬਣ ਕੇ ਜਾਲ ਕਿਹਨੇ ਬਣਾਇਆ। ਕਹਿੰਦਾ ਸ਼ਿਕਾਰੀ ਫੜਦਾ ਤੇ ਲਿਜਾ ਕੇ ਘਰ ਪਿੰਜਰੇ ਵਿੱਚ ਪਾ ਦਿੰਦਾ। ਕਹਿੰਦੇ ਜਾਲ ਨੂੰ ਵੇਖਦਿਆਂ ਸਾਰ ਤਾਂ ਚਾਹੀਦਾ ਸੀ, ਉਡਾਰੀ ਮਾਰਦਾ ਨਿਕਲ ਜਾਂਦਾ, ਪਰ ਕਹਿੰਦਾ ਜੇ ਸੋਚਣ ਲੱਗ ਪਿਆ ਤੇ ਕਹਿੰਦੇ ਇਸ ਕਰਕੇ ਇਹ ਭਰਮ ਹੈ ਵੀ ਉਸੇ ਵਕਤ ਭਰਮ ਨੂੰ ਨਿਵਰਤ ਕਰ ਦੇਣਾ। ਵਾਹਿਗੁਰੂ ਪਰਮੇਸ਼ਰ ਜੀ ਉਹ ਮਰਮ ਜਿਹੜਾ ਭੇਦ ਬਣਿਆ ਹੋਇਆ ਸੀ, ਭਰਮ ਬਣਿਆ ਹੋਇਆ ਸੀ, ਉਹ ਰੱਸੀ ਤੇ ਸੱਪ ਵਾਲਾ ਤੁਸੀਂ ਕਿਰਪਾ ਕਰਕੇ ਜਨਾ ਦਿੱਤਾ। ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿਨ ਨ ਆਇਆ। ਅਨਕ ਕਟਕ ਜੈਸੇ ਭੂਲ ਪਰੇ, ਕਟਕ ਕਹਿੰਦੇ ਨੇ ਸੋਨੇ ਤੋਂ ਬਣੇ ਹੋਏ ਗਹਿਣਿਆਂ ਨੂੰ। ਹੁਣ ਸੋਨੇ ਤੋਂ ਸੁਨਿਆਰਾ ਕਿੰਨੇ ਗਹਿਣੇ ਬਣਾ ਦਿੰਦਾ, ਹੱਥ 'ਚ ਪਾਉਣ ਲਈ ਛਾਪ ਬਣਾ ਦਿੰਦਾ ਹੈ, ਕੜਾ ਬਣਾ ਦਿੰਦਾ ਹੈ, ਗਲ 'ਚ ਪਹਿਨਣ ਵਾਲਾ ਹਾਰ ਕਈ ਤਰ੍ਹਾਂ ਦੇ, ਅੱਜ ਕੱਲ ਕੋਈ ਚੇਨੀ ਬਣਾ ਦਿੰਦਾ ਹੈ, ਕੋਈ ਹਾਰ ਬਣਾ ਦਿੰਦਾ ਹੈ, ਬੜੇ ਬੜੇ ਤਰ੍ਹਾਂ ਦੇ ਗਹਿਣੇ, ਕੰਨਾਂ 'ਚ ਪਾਉਣ ਵਾਲੇ, ਨੱਕ 'ਚ ਪਾਉਣ ਵਾਲੇ, ਬੜੇ ਅਨੇਕ ਪ੍ਰਕਾਰ ਦੇ, ਅਨੇਕ ਭਾਂਤ ਦੇ ਜਿਹੜੇ ਗਹਿਣੇ ਨੇ ਉਹ ਸੁਨਿਆਰਾ ਤਿਆਰ ਕਰ ਦਿੰਦਾ ਸੋਨੇ, ਇੱਕ ਸੋਨੇ ਤੋਂ। ਅਣਕ ਕਟਕ ਜੈਸੇ ਭੂਲ ਭਰੇ, ਕਹਿੰਦੇ ਜੇਕਰ ਮਨੁੱਖ ਇਹ ਸੋਚੇ ਕਿ ਇਹ ਜਿਹੜੇ ਸੋਨੇ ਤੋਂ ਬਣੇ ਹੋਏ ਵੱਖ ਤਰ੍ਹਾਂ ਦੇ ਗਹਿਣੇ ਨੇ, ਇਹ ਸੋਨਾ ਇੱਕ ਅਲੱਗ ਚੀਜ਼ ਹੈ ਤੇ ਗਹਿਣੇ ਵੱਖਰੇ ਨੇ, ਬੇਸਮਝੀ ਹੈ। ਜਿਤਨੀ ਦੇਰ ਤੱਕ ਉਨੀ ਦੇਰ ਹੀ ਕਹਾਂਗੇ ਨਾ, ਜਦੋਂ ਸਮਝ ਆ ਗਈ, ਪਤਾ ਲੱਗ ਗਿਆ ਨਹੀਂ ਇਹ ਤਾਂ ਸੋਨਾ ਹੀ ਹੈ, ਸੋਨੇ ਤੋਂ ਗਹਿਣੇ ਬਣਾਏ ਨੇ ਸੁਨਿਆਰੇ ਨੇ ਘੜ ਕੇ, ਉਹ ਕੁਠਾਲੀ 'ਚ ਪਾ ਕੇ ਢਾਲਦਾ, ਅੱਗ ਦਾ ਸੇਕ ਦਿੰਦਾ ਤੇ ਫਿਰ ਸੋਨੇ ਦਾ ਰੂਪ ਬਣ ਜਾਂਦੇ ਨੇ। ਇਸ ਕਰਕੇ ਭੂਲ ਪਰੇ ਅਬ ਕਹਤੇ ਕਹਿਣ ਨਾ ਆਇਆ। ਜਦੋਂ ਸੁਨਿਆਰੇ ਨੇ ਕੁਠਾਲੀ 'ਚ ਪਾ ਕੇ ਉਹ ਗਹਿਣਿਆਂ ਨੂੰ ਅੱਗ ਦਾ ਸੇਕ ਦਿੱਤਾ, ਢਾਲ ਦਿੱਤਾ, ਤੇ ਹੁਣ ਉੱਥੇ ਕਿਹਨੂੰ ਕਹਾਂਗੇ ਕਿ ਆ ਕੰਗਣ ਸੀ, ਆ ਮੁੰਦੀ ਸੀ, ਆ ਹਾਰ ਸੀ, ਆ ਫਲਾਣਾ ਗਹਿਣਾ ਸੀ। ਅਬ ਕਹਤੇ, ਕਹਿੰਦਾ ਹੁਣ ਉਹ ਕਹਿਣ ਵਿੱਚ ਨਹੀਂ ਆਉਂਦੇ, ਉਹ ਸੋਨੇ ਦਾ ਰੂਪ ਬਣ ਗਏ, ਸੋਨੇ ਤੋਂ ਪੈਦਾ ਹੋਏ, ਸੋਨੇ ਵਿੱਚ ਭੇਦ ਹੋ ਗਏ, ਉਹਦੇ ਵਿੱਚ ਮਿਲ ਗਏ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੋਗਵੈ ਸੋਈ। ਸਾਰਿਆਂ ਘਟਾਂ ਦੇ ਵਿੱਚ
ਜਰੇ ਜਰੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਸਮਾਇਆ ਹੋਇਆ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ, ਸਰਬੇ ਏਕ ਅਨੇਕੈ ਸੁਆਮੀ, ਅਨੇਕਾਂ ਰੂਪਾਂ ਦੇ ਵਿੱਚ ਹੋ ਕੇ ਵਰਤ ਰਿਹਾ, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ। ਸਭ ਕਟ ਭੋਗਵੈ ਸੋਈ, ਤੇ ਸਾਰਿਆਂ ਦੇ ਵਿੱਚ ਹੋ ਕਰਕੇ ਉਸ ਸੰਸਾਰ ਦੇ ਵਿੱਚ ਜਿਹੜੇ ਸਾਰਾ ਕੁਝ ਵਰਤਾਰਾ ਵਰਤ ਰਿਹਾ ਹੈ, ਉਹਦੀ ਕਿਰਪਾ ਦੇ ਨਾਲ ਵਰਤ ਰਿਹਾ ਹੈ। ਆਨੰਦ ਨੂੰ ਆਪ ਜੀਵਾਂ ਦੇ ਅੰਦਰੋਂ ਰਾਹੀਂ ਹੋ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਵਿੱਚ ਵਰਤ ਕੇ ਭੋਗ ਰਿਹਾ ਹੈ। ਕਹਿ ਰਵਿਦਾਸ ਹਾਥ ਪੈ ਨਿਰੈ, ਸਹਜੇ ਹੋਏ ਸੋ ਹੋਈ। ਅਖੀਰਲੇ ਪੰਕਤੀ ਦੇ ਅੰਦਰ ਭਗਤ ਰਵਿਦਾਸ ਜੀ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਜਿਹਨੂੰ ਅਸੀਂ ਦੂਰ ਕਰਕੇ ਜਾਣਦੇ ਆ ਨਾ, ਕਹਿੰਦੇ ਉਹ ਤਾਂ ਹੱਥ ਤੋਂ ਵੀ ਨੇੜੇ ਹੈ। ਕਹਾਵਤ ਹੈ ਨਾ, ਰੱਬ ਨੇੜੇ ਕਿ ਘੁਸੁੰਨ ਨੇੜੇ। ਕਹਿੰਦੇ ਉਹ ਹੱਥ ਤੋਂ ਵੀ ਨੇੜੇ ਹੈ, ਸਹਜੇ ਹੋਏ ਸੋ ਹੋਈ। ਇਸ ਕਰਕੇ ਸੰਸਾਰ ਦੇ ਵਿੱਚ ਜੋ ਵਰਤਾਰਾ ਵਰਤ ਰਿਹਾ, ਜੋ ਕੁਝ ਹੋ ਰਿਹਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਿੱਚ ਹੋ ਰਿਹਾ ਹੈ। ਤੇ ਸਾਨੂੰ ਕੀ ਕਰਨਾ ਚਾਹੀਦਾ ਹੈ? ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ, ਉਹਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ, ਕਿੰਤੂ ਪਰੰਤੂ ਨਹੀਂ। ਉਹਦੀ ਰਜ਼ਾ ਨੂੰ ਮੰਨਣਾ ਹੀ, ਉਹਦੇ ਭਾਣੇ ਵਿੱਚ ਰਹਿਣਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਫਿਰ ਰਹਿਮਤ ਵਰਤਦੀ ਹੈ। ਇਸ ਕਰਕੇ ਭਗਤ ਰਵਿਦਾਸ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਮਝਾਉਣਾ ਕੀਤਾ ਹੈ ਕਿ ਇਹ ਜੀਵ ਉਹ ਵਾਹਿਗੁਰੂ ਪਰਮੇਸ਼ਰ ਤੇ ਇਹ ਜਿੰਨੀਆਂ ਵੀ ਜੀਵ ਆਤਮਾ ਹਨ, ਇਹ ਸਾਰੇ ਜੀਵ ਹਨ, ਇਹ ਉਹਦੇ ਤੋਂ ਵੱਖਰੇ ਨਹੀਂ, ਇਹ ਉਹਦਾ ਹੀ ਰੂਪ ਹਨ। ਤੇ ਜਦੋਂ ਕਿਰਪਾ ਕਰਕੇ ਜਨਾ ਦਿੰਦਾ ਹੈ, ਫਿਰ ਸਾਰੇ ਪਾਸੇ ਹੀ ਬ੍ਰਹਮ ਹੀ ਨਜ਼ਰ ਆਉਂਦਾ ਹੈ। ਬ੍ਰਹਮ ਤੋਂ ਵੱਖਰੇ ਉਹਦੇ ਜੀਵ ਵੱਖਰੇ ਨਜ਼ਰ ਨਹੀਂ ਆਉਂਦੇ, ਸਾਰੇ ਪਾਸੇ ਬ੍ਰਹਮ ਨਜ਼ਰ ਆਉਣ ਲੱਗ ਪੈਂਦਾ ਹੈ ਜਦੋਂ ਰਹਿਮਤ ਕਰਦਾ ਹੈ।